वाहिगुरू जी का खालसा वाहिगुरू जी की फतेह। गल करते हाँ आल इंडिया सिख स्टूडेंट फैडरेशन की, जिसका कल 13 सितंबर नूं स्थापना दिवस सी। आल इंडिया सिख स्टूडेंट फैडरेशन का काम की सी? पिछले समय दे विच इन्हां ने बहुत ही वधिया काम किया है। अज इन्हां दे विच गिरावट क्यों आई है, ਉਹਦੇ ਕਾਰਨ ਕੀ ਹਨ, ਇਹਦੇ ਪਿੱਛੇ ਰੀਜ਼ਨ ਕੀ ਹੈ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੇ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਥਾਪਨਾ ਦਿਵਸ ਮੌਕੇ ਦੇ ਉੱਤੇ ਬੋਲਿਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਆਓ ਗੱਲ ਸ਼ੁਰੂ ਕਰਦੇ ਹਾਂ ਕਿ ਇਹ ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੈ, ਇਹਦਾ ਗਠਨ 13 ਸਤੰਬਰ 1943 ਨੂੰ ਹੋਇਆ ਸੀ ਐਜ ਏ ਯੂਥ ਵਿੰਗ ਆਫ ਅਕਾਲੀ ਦਲ, ਕਿ ਇਹ ਅਕਾਲੀ ਦਲ ਦੀ ਇੱਕ ਜਿਹੜੀ ਨੌਜਵਾਨ ਵਿੰਗ ਕਰਕੇ ਹੋਇਆ ਸੀ। ਇਹਨਾਂ ਦਾ ਕੰਮ ਕੀ ਸੀ ਕਿ ਅਕਾਲੀ ਦਲ ਦੀ ਮਦਦ ਕਰਨਾ, ਸਿੱਖ ਵੈਲਿਊਜ਼ ਨੂੰ ਪ੍ਰਮੋਟ ਕਰਨਾ, ਸਿੱਖ ਪਰੰਪਰਾਵਾਂ ਨੂੰ, ਸਿੱਖ ਸਿਧਾਂਤਾਂ ਨੂੰ, ਹੈਰੀਟੇਜ ਨੂੰ ਪ੍ਰਮੋਟ ਕਰਨਾ ਤੇ ਮਾਨਵਤਾ ਦੀ ਸੇਵਾ ਕਰਨਾ ਸੀ। ਪਿਛਲੇ ਸਮੇਂ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਉਹ ਬਹੁਤ ਹੀ ਸ਼ਲਾਘਾਯੋਗ ਰਹੀ। ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਪਰ ਅੱਜ ਜਿਹੜੇ ਹੈ ਇਹ ਧੜਿਆਂ ਦੇ ਵਿੱਚ ਵੰਡੇ ਗਏ, ਜਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਵੰਡ ਦਿੱਤਾ ਗਿਆ। ਜੋ ਇੱਕ ਬ੍ਰਹਮਨਾਸਟਿਕ ਫਿਨੋਮਨਾ ਦੇ ਤਹਿਤ ਸਿੱਖੀ ਸਰੂਪ ਦੇ ਵਿੱਚ ਐਸੇ ਲੋਕਾਂ ਨੂੰ ਜਿਹੜਾ ਹੈ ਉਹ ਵਾੜ ਦਿੱਤਾ ਗਿਆ ਹੈ ਜਿਨ੍ਹਾਂ ਦਾ ਕੰਮ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਹੈ, ਔਰ ਇਹ ਵੀ ਜਿਹੜਾ ਹੈ ਅਛੂਤੇ ਨਹੀਂ ਰਹੇ। ਔਰ ਦੂਸਰਾ, ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਜਿਸ ਦਾ ਗਠਨ ਜਿਹੜਾ 14 ਦਸੰਬਰ 1920 ਨੂੰ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਵੀ ਪਿਛਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਹੀ, ਪਰ ਪਿਛਲੇ ਕੁਝ ਸਮਿਆਂ ਤੋਂ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਗਿਰਾਵਟ ਆਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਪੰਥਕ ਪਾਰਟੀ ਕਿਹਾ ਜਾਂਦਾ ਸੀ, ਸਿੱਖਾਂ ਦੀ ਨੁਮਾਇੰਦਾ ਪਾਰਟੀ ਕਿਹਾ ਜਾਂਦਾ ਸੀ, ਪਰ ਜਦੋਂ ਤੋਂ ਇੱਕ ਪਰਿਵਾਰ ਦਾ ਇਹਦੇ ਉੱਤੇ ਕਬਜ਼ਾ ਹੋਇਆ, ਜਦੋਂ ਤੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹਾਈਜੈਕ ਕੀਤਾ ਹੈ, ਉਹਦੇ ਕਰਕੇ ਚਾਹੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਇਹ ਜੋ ਬ੍ਰਹਮਨਾਸਟਿਕ ਫਿਨੋਮਨਾ ਹੈ ਉਹਦੇ ਤਹਿਤ ਜਿਹੜਾ ਹੈ ਇਹ ਬੱਚੀਆਂ ਨਹੀਂ ਰਹਿ ਗਈਆਂ, ਜਿਹਦੇ ਕਰਕੇ ਇਹਨਾਂ ਦੇ ਵਿੱਚ ਬਹੁਤ ਗਿਰਾਵਟ ਆਈ ਹੈ। ਇਹ ਜੋ ਸ਼੍ਰੋਮਣੀ ਅਕਾਲੀ ਦਲ ਹੈ, ਇਹਨਾਂ ਨੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਇਹ ਜਿਹੜੇ ਸਿੱਖ ਨੌਜਵਾਨ ਸੀ, ਇਹਨਾਂ ਦੀਆਂ ਭਾਵਨਾਵਾਂ ਨੂੰ ਅਨਕੈਸ਼ ਕੀਤਾ, ਇਹਨਾਂ ਨੂੰ ਝੂਠੇ ਸੁਪਨੇ ਦਿਖਾਏ ਇੱਕ ਅਲੱਗ ਦੇਸ਼ ਦੇ। ਜਦੋਂ ਉਹਨਾਂ ਨੂੰ ਜਿਹੜਾ ਹੈ ਕੁਰਸੀਆਂ 'ਤੇ ਉਹ ਲੋਕ ਕਾਬਜ਼ ਹੋ ਗਏ, ਸੈਂਟਰ ਦੇ ਵਿੱਚ ਵੀ ਸਟੇਟ ਦੇ ਵਿੱਚ ਵੀ, ਤੇ ਉਹ ਇਸ ਏਜੰਡੇ ਨੂੰ ਭੁੱਲ ਗਏ ਤੇ ਉਹ ਇਸ ਬ੍ਰਹਮਨਾਸਟਿਕ ਜਿਹੜਾ ਬ੍ਰਾਹਮਣਵਾਦ ਸੀ ਜੋ ਦੇਸ਼ ਦੇ ਉੱਤੇ ਰਾਜ ਕਰ ਰਿਹਾ ਹੈ, ਅੱਜ ਉਹਨਾਂ ਦੀ BJP RSS ਦੇ ਜਿਹੜੇ ਹੈ ਉਹ ਕਠਪੁਤਲੀ ਜਿਹੜਾ ਹੈ ਬਣ ਕੇ ਰਹਿ ਗਏ ਹਨ, ਜਿਹਦੇ ਕਰਕੇ ਇਹਨਾਂ ਦੇ ਵਿੱਚ ਬਹੁਤ ਗਿਰਾਵਟ ਹੋਈ ਹੈ, ਗਿਰਾਵਟ ਆਈ ਹੈ। ਅੱਜ ਜ਼ਰੂਰਤ ਹੈ ਇਹਨਾਂ ਸਾਰਿਆਂ ਧੜਿਆਂ ਨੂੰ ਆਪਸ ਵਿੱਚ ਇਕੱਠੇ ਹੋਣ ਦੀ, ਤੇ ਫਿਰ ਜਿਹੜਾ ਹੈ ਇਹਦੇ ਵਿੱਚ ਜਿਹੜੇ ਬਹੁਤ ਸਿੱਖ ਸਟੂਡੈਂਟ ਜਿਹੜੇ ਹੈ ਉਹ ਇਮਾਨਦਾਰ ਹੈ, ਉਹਨਾਂ ਨੂੰ ਜਿਹੜਾ ਹੈ ਅੱਜ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੋਲਦਿਆਂ ਹੋਇਆਂ ਕਿਹਾ ਕਿ ਆਪਣਾ ਕੋਈ ਜ਼ਰੂਰਤ ਹੈ, ਅੱਜ ਸਾਡਾ ਆਪਣਾ ਜਿਹੜਾ ਹੈ ਕੌਮੀ ਘਰ ਹੋਵੇ। ਉਹਨਾਂ ਨੇ ਜਿਹੜਾ ਹੈ ਇੱਕ ਅਲੱਗ ਦੇਸ਼ ਹੋਣ ਦੀ ਜਿਹੜੀ ਹੈ ਜ਼ਰੂਰਤ ਦੱਸਿਆ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਸ ਦੇਸ਼ ਵਿੱਚ ਸਾਡੇ ਧਰਮ ਗ੍ਰੰਥ ਹੀ ਸੁਰੱਖਿਅਤ ਨਹੀਂ ਤੇ ਅਸੀਂ ਜਿਹੜਾ ਹੈ ਸੁਰੱਖਿਅਤ ਕਿਵੇਂ ਰਹਿ ਸਕਦੇ ਹਾਂ। ਉਹਨਾਂ ਦੀ ਪੂਰੀ ਵੀਡੀਓ ਸੁਣੋ, ਤੇ ਜੇ ਚੰਗੀ ਲੱਗੇ ਤੇ ਇਸ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਤੇ ਮੇਰੇ ਚੈਨਲ ਜਿਹੜਾ ਹੈ ਉਹ ਸੁਖਦੇਵ ਸਿੰਘ ਟਾਲੀ ਨੂੰ ਸਬਸਕ੍ਰਾਈਬ ਵੀ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 84 ਤੋਂ ਬਾਅਦ ਸਿੱਖਾਂ ਦੀਆਂ ਕਈ ਧਾਰਾਵਾਂ ਜਿਹੜੀਆਂ ਬਣ ਗਈਆਂ, ਜਾਂ ਸਿੱਖ ਸ਼ਕਤੀ ਨੂੰ ਕਈ ਧਾਰਾਵਾਂ ਦੇ ਵਿੱਚ ਵੰਡ ਦਿੱਤਾ। ਵੰਡਿਆ ਕੀ ਨੇ? ਉਹਨਾਂ ਲੋਕਾਂ ਨੇ ਜਿਹੜੇ ਲੋਕ ਇਹ ਸੋਚਣ ਲੱਗ ਪਏ ਕਿ ਹਿੰਦੁਸਤਾਨ ਦੀ ਅਖੰਡਤਾ ਨੂੰ ਜੇ ਖਤਰਾ ਤੇ ਸਿੱਖਾਂ ਤੋਂ ਹੀ। ਹਾਲਾਂਕਿ ਸਿੱਖਾਂ ਨੇ ਕਦੇ ਇਹ ਸੋਚਿਆ ਨਹੀਂ ਸੀ ਕਿ ਅਸੀਂ ਹਿੰਦੁਸਤਾਨ ਦੇ ਟੁਕੜੇ ਕਰਨੇ। 1947 ਦੇ ਵਿੱਚ ਅਸੀਂ ਤਾਂ ਇਸ ਭਾਰਤ ਦੇ ਵਿੱਚ ਰਹਿਣ ਦੇ ਲਈ ਜਿਹੜਾ ਹੈ ਉਹ ਹਾਮੀ ਭਰਤੀ ਸੀ। ਅਸੀਂ ਤਾਂ ਹਾਮੀ ਭਰ ਦਿੱਤੀ ਸੀ ਇਸ ਉਮੀਦ ਨਾਲ ਕਿ ਸਾਨੂੰ ਇੱਥੇ ਸਨਮਾਨਜਨਕ ਜਿਹੜਾ ਹੈ ਉਹ ਰਹਿਣ ਦੇ ਲਈ ਮਾਹੌਲ ਮਿਲੇਗਾ।
ਸਾਡੇ ਧਰਮ ਗ੍ਰੰਥ ਸੁਰੱਖਿਅਤ ਹੋਣਗੇ, ਸਾਡੀ ਭਾਸ਼ਾ ਸੁਰੱਖਿਅਤ ਹੋਵੇਗੀ, ਸਾਡੇ ਅਕੀਦੇ ਸੁਰੱਖਿਅਤ ਹੋਣਗੇ, ਸਾਡੇ ਵਿਸ਼ਵਾਸ ਸੁਰੱਖਿਅਤ ਹੋਣਗੇ। ਨਾ ਸਾਡੇ ਧਰਮ ਗ੍ਰੰਥ ਸੁਰੱਖਿਅਤ ਰਹੇ, ਨਾ ਸਾਡੇ ਅਕੀਦੇ ਸੁਰੱਖਿਅਤ ਰਹੇ, ਨਾ ਸਾਡੀਆਂ ਮਰਿਆਦਾਵਾਂ ਪਰੰਪਰਾਵਾਂ ਸੁਰੱਖਿਅਤ ਰਹੀਆਂ ਔਰ ਨਾ ਅਸੀਂ ਸੁਰੱਖਿਅਤ ਰਹੇ। ਤੇ ਜਦੋਂ ਸਾਡਾ ਸਾਰਾ ਕੁਝ ਹੀ ਜਿਹੜਾ ਹੈ ਉਹ ਖਤਰੇ 'ਚ ਪੈ ਗਿਆ ਤੇ ਫਿਰ ਸੁਭਾਵਿਕ ਹੀ ਹੈ ਸਾਡੇ ਮੂੰਹ ਦੇ ਵਿੱਚੋਂ ਫਿਰ ਇਹ ਆਵਾਜ਼ ਨਿਕਲਣੀ ਸ਼ੁਰੂ ਹੋਈ ਕਿ ਸਾਨੂੰ ਇੱਕ ਵੱਖਰਾ ਕੌਮੀ ਘਰ ਚਾਹੀਦਾ ਭਾਈ। ਅਸੀਂ ਮਜਬੂਰੀ 'ਚ ਫਿਰ ਇਹ ਗੱਲ ਕਹੀ ਕਿ ਸਾਨੂੰ ਇੱਕ ਵੱਖਰਾ ਕੌਮੀ ਘਰ ਚਾਹੀਦਾ ਭਾਈ। ਤੇ ਸਾਡੀ ਇਸ ਆਵਾਜ਼ ਨੂੰ ਵੀ ਜਿਹੜਾ ਸੀ ਹਿੰਦੁਸਤਾਨ ਦੇ ਅੰਦਰ ਇਸ ਢੰਗ ਦੇ ਨਾਲ ਪੇਸ਼ ਕੀਤਾ ਗਿਆ ਕਿ ਸਾਨੂੰ ਮੁਜਰਮ ਵਾਂਗੂ ਜਿਹੜਾ ਹੈ ਉਹ ਸਮਝਿਆ ਜਾਣ ਲੱਗ ਪਿਆ। ਮੁਜਰਮਾਂ ਵਾਂਗੂ ਸਮਝਿਆ ਜਾਣ ਲੱਗ ਪਿਆ। ਬਹੁਤ ਵੱਡੇ ਮੁਜਰਮ ਹੁੰਦੇ ਆ ਅਸੀਂ। ਕਿਤੇ ਸਾਨੂੰ ਅੱਤਵਾਦੀ ਕਿਹਾ, ਕਿਤੇ ਸਾਨੂੰ ਵੱਖਵਾਦੀ ਕਿਹਾ। ਇੱਕ ਕਮਾਲ ਦੀ ਗੱਲ। ਅਸੀਂ ਕੀ ਚਾਹੁੰਦੇ ਹਾਂ? ਸਿੱਖ ਇੱਕ ਵੱਖਰੀ ਕੌਮ ਹੈ, ਵੱਖਰਾ ਨੇਸ਼ਨ ਹੈ। ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਸਾਡਾ ਧਰਮ ਸੁਰੱਖਿਅਤ ਰਹੇ, ਸਾਡੇ ਧਰਮ ਸਥਾਨ ਸੁਰੱਖਿਅਤ ਰਹਿਣ, ਸਾਡਾ ਧਰਮ ਸੁਰੱਖਿਅਤ ਰਵੇ, ਸਾਡੇ ਧਰਮ ਅਸਥਾਨ ਸੁਰੱਖਿਅਤ ਰਹਿਣ, ਸਾਡੀਆਂ ਪਰੰਪਰਾਵਾਂ ਮਰਿਆਦਾਵਾਂ ਸੁਰੱਖਿਅਤ ਰਹਿਣ। ਅੱਜ ਉਹ ਵੀ ਲੀਰ ਕਰ ਦਿੱਤੀਆਂ। ਸਿੱਖ ਦਿਸਣ ਵਾਲੇ ਲੋਕਾਂ ਵੱਲੋਂ ਉਹ ਵੀ ਲੀਰ ਕੀਤੀਆਂ ਜਾ ਰਹੀਆਂ ਨੇ। ਦੇਖਦੇ ਹੋ ਤੁਸੀਂ, ਕੋਈ ਮਰਿਆਦਾ ਰਹਿਣ ਦਿੱਤੀ ਸਾਡੀ? ਉਹ ਕਿਹੜਾ ਇਤਿਹਾਸ ਦਾ ਅੰਸ਼ ਹੈ ਜਿਹਦੇ ਉੱਤੇ ਕਿੰਤੂ ਨਹੀਂ ਕੀਤਾ ਜਾ ਰਿਹਾ, ਜਿਹਦੇ ਉੱਤੇ ਕਿੰਤੂ ਨਹੀਂ ਕੀਤਾ ਜਾ ਰਿਹਾ? ਇਹ ਮਾਹੌਲ ਕ੍ਰੀਏਟ ਕਰ ਦਿੱਤਾ ਗਿਆ, ਮਾਹੌਲ ਜਿਹੜਾ ਹੈ ਐਸਾ ਬਣਾ ਦਿੱਤਾ ਗਿਆ। ਜਿਵੇਂ ਭਾਈ ਕਸ਼ਮੀਰ ਸਿੰਘ ਜੀ ਬੋਲ ਕੇ ਗਏ ਕਿ ਸਿੱਖਾਂ ਪਾਸ ਇੱਕ ਐਸਾ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਗਲਤ ਗੱਲ ਕਰਨ ਵਾਲਿਆਂ ਦੀ ਜਵਾਬਦੇਹੀ ਜਿਹੜਾ ਉਹ ਕਰਦਾ ਹੈ। ਤੇ ਅਸੀਂ ਕੀ ਕੀਤਾ? ਜਿਸ ਅਕਾਲ ਤਖਤ ਸਾਹਿਬ ਨੇ ਜਵਾਬਦੇਹੀ ਕਰਨੀ ਹੈ, ਸਾਡੇ ਵਿੱਚੋਂ ਕਈਆਂ ਲੋਕਾਂ ਨੇ ਕੀ ਸੋਚ ਲਿਆ ਕਿ ਜੇ ਅਸੀਂ ਗਲਤ ਕੰਮ ਕਰਨਾ ਹੈ, ਪਰੰਪਰਾਵਾਂ ਦੇ ਉਲਟ ਬੋਲਣਾ ਹੈ, ਮਰਿਆਦਾ ਦੇ ਉਲਟ ਬੋਲਣਾ ਹੈ, ਸਿਧਾਂਤਾਂ ਦੇ ਉਲਟ ਬੋਲਣਾ ਹੈ, ਤੇ ਫਿਰ ਸਾਡੀ ਜਵਾਬਦੇਹੀ ਕਿਹਨੇ ਕਰਨੀ ਹੈ? ਅਕਾਲ ਤਖਤ। ਅਕਾਲ ਤਖਤ ਸਾਡੀ ਜਵਾਬਦੇਹੀ ਨਾ ਕਰ ਸਕੇ, ਇਸ ਕਰਕੇ ਸਭ ਤੋਂ ਪਹਿਲਾਂ ਜਾਂ ਮਰਿਆਦਾ ਸਿਧਾਂਤਾਂ ਤੇ ਪਰੰਪਰਾਵਾਂ ਦੇ ਖੰਡਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਨੂੰ ਹੀ ਤੁਸੀਂ ਚੁਣੌਤੀ ਦੇ ਦਿਓ ਵੀ ਤੁਸੀਂ ਵੀ ਜਿਹੜੇ ਬਾਪੂ ਦਾ ਡਰ ਹੈ ਨਾ ਵੀ ਜੇ ਅਸੀਂ ਗਲਤ ਕੰਮ ਕੀਤਾ, ਨਸ਼ੇ ਕਰਨ ਲੱਗ ਪਏ, ਜਾਂ ਅਸੀਂ ਜਾਇਦਾਦ ਵੰਡਣ ਦਾ ਸੋਚ ਲਿਆ, ਜਾਇਦਾਦ ਵੇਚਣ ਦਾ ਸੋਚ ਲਿਆ, ਤੇ ਬਾਪੂ ਦਾ ਡਰ ਹੈ ਵੀ ਇਹ ਸਾਨੂੰ ਨਸ਼ੇ ਨਹੀਂ ਕਰਨ ਦੇਊਗਾ, ਇਹ ਸਾਨੂੰ ਵੰਡਣ ਨਹੀਂ ਦੇਊਗਾ, ਜ਼ਮੀਨਾਂ ਵੇਚਣ ਨਹੀਂ ਦੇਊਗਾ, ਇਉਂ ਕਰੋ ਸਭ ਤੋਂ ਪਹਿਲਾਂ ਬਾਪੂ ਦਾ ਹੀ ਗਲਾ ਕੱਟ ਦਿਓ, ਸਭ ਤੋਂ ਪਹਿਲਾਂ ਇਹਨੂੰ ਮਾਰ ਦਿਓ ਜਿਹਨੇ ਬੋਲਣਾ ਹੈਗਾ, ਜਾਂ ਇਹਨੂੰ ਕਮਜ਼ੋਰ ਕਰ ਦਿਓ, ਜਾਂ ਇਹਨੂੰ ਕਮਜ਼ੋਰ ਕਰ ਦਿਓ, ਇਹਨੂੰ ਬੌਧਿਕ ਤੌਰ ਤੇ ਕੰਗਾਲ ਕਰ ਦਿਓ, ਇਹਦੀ ਸੋਚ ਜਿਹੜੀ ਹੈ ਖਤਮ ਕਰ ਦਿਓ ਤਾਂ ਕਿ ਇਹ ਬੋਲ ਨਾ ਸਕੇ। ਅੱਜ ਕੀ ਹੋ ਰਿਹਾ? ਕੋਈ ਐਸਾ ਵਿਦਵਾਨ ਛੱਡੋ, ਦੱਸੋ ਜਿਹਦੇ ਕਰੈਕਟਰ ਦੀ ਜਿਹੜੀ ਹੈ ਉਹ ਕਿਰਦਾਰਕੁਸ਼ੀ ਨਹੀਂ ਕੀਤੀ। ਕੋਈ ਕਥਾਵਾਚਕ, ਕੋਈ ਵਿਦਵਾਨ, ਕੋਈ ਸਕਾਲਰ, ਕੋਈ ਬੁਲਾਰਾ, ਤੇ ਸਾਡੀਆਂ ਜਿਹੜੀਆਂ ਧਾਰਮਿਕ ਸ਼ਖਸੀਅਤਾਂ ਸੀ ਉਹਨਾਂ ਦੀ ਵੀ ਕਿਰਦਾਰਕੁਸ਼ੀ ਕੀਤੀ। ਇੱਕ ਬਚੀ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੀ ਪਦਵੀ, ਉਹਨੂੰ ਵੀ ਪਿਛਲੇ ਸਮੇਂ 'ਚ ਲੀਰ ਕਰਤਾ। ਦੇਖਿਆ ਹੀ ਅਸੀਂ, ਇੱਕ ਬਚੀ ਸੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦੀ ਪਦਵੀ, ਉਹਨੂੰ ਵੀ ਜਿਹੜਾ ਹੈ ਗਲੀਆਂ ਬਾਜ਼ਾਰਾਂ ਦੇ ਵਿੱਚ ਪੰਡਵਾਇਆ ਸੀ। ਕੌਣ ਜ਼ਿੰਮੇਵਾਰ ਹੈ? ਜੇ ਵਿਰੋਧੀ ਜ਼ਿੰਮੇਵਾਰ ਹੈ, ਅਸੀਂ ਖੁਦ ਵੀ ਜ਼ਿੰਮੇਵਾਰ ਹਾਂ। ਜਿਵੇਂ ਕਸ਼ਮੀਰ ਸਿੰਘ ਜੀ ਨੇ ਦੱਸਿਆ ਨਾ ਕਿ ਸੰਸਥਾਵਾਂ ਨੂੰ ਕਮਜ਼ੋਰ ਬਾਹਰ ਬੈਠੇ ਵਿਅਕਤੀਆਂ ਵੱਲੋਂ ਵੀ ਕੀਤਾ ਜਾ ਰਿਹਾ ਤੇ ਅੰਦਰ ਬੈਠੇ ਵਿਅਕਤੀਆਂ ਵੱਲੋਂ ਵੀ ਕੀਤਾ ਜਾ ਰਿਹਾ। ਪਤਾ ਨਹੀਂ ਕਿੰਨੇ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੈਠੇ, ਜਿਹੜੇ ਤਨਖਾਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਲੈਂਦੇ ਨੇ, ਤੇ ਇੱਥੇ ਸੰਸਥਾਵਾਂ ਦੀਆਂ ਅੰਦਰਲੀਆਂ ਕਮੀਆਂ ਜਿਹੜੀਆਂ ਨੇ ਉਹ ਜਾ ਕੇ ਬਾਹਰ ਦੱਸਦੇ ਨੇ। ਕੋਈ ਪੱਤਰਕਾਰਾਂ ਨੂੰ ਦੱਸਦਾ ਹੈ, ਕੋਈ ਏਜੰਸੀਆਂ ਦੇ ਕਰਿੰਦਿਆਂ ਨੂੰ ਦੱਸਦਾ ਹੈ ਕਿ ਆਹ ਹੋ ਰਿਹਾ ਸਾਡੇ ਪਰਿਵਾਰ 'ਚ, ਆਹ ਹੋ ਰਿਹਾ ਸਾਡੀ ਸੰਸਥਾ 'ਚ। ਉਹ ਉੱਚ ਅਧਿਕਾਰੀਆਂ ਨੂੰ ਜਾਂ ਅਹੁਦੇਦਾਰਾਂ ਨੂੰ ਨਹੀਂ ਦੱਸ ਰਹੇ, ਉਹ ਬਾਹਰ ਦੱਸ ਰਹੇ ਨੇ। ਲਓ ਮੈਂ ਤੁਹਾਨੂੰ ਖਬਰ ਦਿੰਦਾ ਇੱਕ, ਆਹ ਚੀਜ਼ ਹੋ ਗਈ ਆ। ਕਿਸੇ ਮੁਲਾਜ਼ਮ ਨਾਲ ਗੁੱਸਾ ਹੈ, ਉਸ ਮੁਲਾਜ਼ਮ ਦੇ ਬਾਰੇ ਕੋਈ ਚੀਜ਼ ਪਤਾ ਲੱਗੀ, ਕੋਈ ਕਮੀ ਪਤਾ ਲੱਗੀ, ਜਾ ਕੇ ਬਾਹਰ ਦੱਸਦੇ ਨੇ ਉਹ ਸਾਡਾ ਜਿਹੜਾ ਫਲਾਨਾ ਮੁਲਾਜ਼ਮ ਹੈ ਉਹਦੇ 'ਚ ਆਹ ਕਮੀ ਹੈ, ਛਾਪ ਦਿਓ ਖਬਰ, ਛਾਪ ਦਿਓ ਖਬਰ, ਬਣਾ ਦਿਓ ਖਬਰ। ਤੇ ਕਈ ਏਜੰਸੀਆਂ ਨੂੰ ਵੀ ਦੇਣ ਤੇ ਲੱਗੇ ਹੋਏ, ਕੀੜੇ ਲੱਗੇ ਹੋਏ ਨੇ ਜਿਹੜੇ ਖਾ ਰਹੇ ਨੇ, ਤੇ ਬਾਹਰੋਂ ਵੀ ਲੱਗੇ ਹੋਏ ਆ, ਬਾਹਰੋਂ ਵੀ ਨਿਸ਼ਾਨੇਬਾਜ਼ੀ ਜਿਹੜੀ ਆ ਉਹ ਕਰਨ ਲੱਗੇ ਹੋਏ ਆ। ਕਰਵਾ ਕੌਣ ਰਿਹਾ? ਦੇਖੋ
एक समय सिखां दीयां 12 मिसलां सी। 12 ਦੇ ਵਿੱਚ मतभेद भी सी और 12 मिसलां आप बनाईयां सी सिखां ने, अपने आप नहीं सी बणीਆਂ। अज तां धड़े अपने आप बनते हैं ना, मेरी आ गल नहीं मनी मैं वखरा धड़ा बना लिया, मेरी आ गल नहीं मनी मैं वखरा धड़ा बना लिया। पर उस वेले सिखां ने अपनी ताकत नूं होर वधाउण दे लई 12 डिविजनां दे विच अपने आप नूं वंड लिया। फिर अगे चल के उन्हां 12 मिसलां दे विचकार इलाकिਆਂ ਨੂੰ ਲੈ ਕੇ, सिद्धांतां ਨੂੰ ਲੈ के नहीं, ना सिद्धांतां ਨੂੰ ਲੈ के, ना मर्यादा ਨੂੰ ਲੈ के, इलाकिਆਂ ਨੂੰ ਲੈ के छोटे मोटे मतभेद भी पैदा होए। पर कित्थे सुलझदे? श्री अकाल तखत साहब ते जाके किसी भी मिसल ने अपना कोई वखरा जथेदार स्थापित नहीं किया, ना वखरा तखत स्थापित करने का यत्न किया। जिन्नी इनकम हुंदी सी 12 मिसलों नूं जिन्नी इनकम हुंदी सी उहदा एक हिस्सा जिहड़ा है सारियां मिसलां श्री अकाल तखत साहब ते पहुंचाउंदियां सी, जिहदे नाल श्री दरबार साहब दा, श्री अकाल तखत साहब दा रोज़मर्रा जिहड़ा खर्च जिहड़ा है वो चलदा हुंदा सी। उहदा एक मतलब सी, जिहड़ा वो हिस्सा पहुंचाउंदियां सी उहदा एक मतलब सी। एक मतलब तां इह सी कि श्री अकाल तखत साहब का, श्री हरमंदर साहब का रोज़मर्रा का खर्च चलता रहे। दूजा ये मतलब हुंदा सी कि साडी इस केंद्री संस्था के नाल सांझ रहे। दूजा ये मकसद हुंदा सी कि साडी इस केंद्री संस्था के नाल हरमंदर साहब जी दे नाल, श्री अकाल तखत साहब जी दे नाल सांझ रहे। और सांझ स्थापित करने वास्ते किते भी तुरे फिरदे सिख पर अपना बनता हिस्सा उत्थे पहुँचाया करते सी। कि साडा सिस्टम सी। अज असीं उस सिस्टम नूं भी विसार चुके हैं। गरेवाल साहब ने गल की अकाली फूला सिंह जी। अकाली फूला सिंह जी की शख्सियत के बराबर मेरी हस्ती तो उन्हां दे पैर दे 9 जिन्नी भी नहीं है। मेरी हस्ती जिहड़ी है उन्हां दे पैर दे 9 जिन्नी भी नहीं है। बहुत वड्डी हस्ती सी, बलवान हस्ती सी। पर उन्होंने बलवान हस्ती, उन्होंने वड्डी हस्ती किसने बनाया सी? माहौल ने। माहौल की सी? सिखां दा अपना, सब तो वड्डी गल कि सिखां दा अपना उस वक्त खुद मुख्तियार स्वतंत्र राज से। अज नहीं है, अज नहीं है। ते दूसरा, सिख स्टेट की सब तो सुपीरियर फौज, जिवें अजकल आप देखते हैं ना हिंदुस्तान का एक कमांडो जत्था होंदा है, दस्ता होंदा है, जिथे भी किते आफत आउंदी है तो उस स्पैशल फोर्स नूं जिहड़ा है उत्थे भेजिया जांदा है। तो उस वक्त सिख राज का सब तो सुपीरियर दस्ता जिहड़ा सी फौज का, उहदी अगवाई जिहड़ी है वो जथेदार अकाली फूला सिंह दे कोल हुंदी सी। जिथे खालसा राज की फौज जिहड़ी हत्थ खड़े कर दिंदी सी, उत्थे फिर सिंह साहब जथेदार अकाली फूला सिंह जी नूं सिख स्टेट कहंदी सी कि ओ मुहम्मद साडे तो सर नहीं होई, जथेदार जी तुसीं हुण किरपा करके साडा सहयोग दिओ। मुल्तान की जित तो बाद महाराजा रणजीत सिंह ने कहा सी कि अकाली फूला सिंह सिख राज का पहरेदार है। क्यों? क्योंकि मुल्तान का किला बहुत औखा सी सर करना। जदों स्टेट दीयां फौजां जवाब दे गईयां तो फिर अकाल तखत साहब दीयां फौजां ने जिहड़ा सी वो किला सर कीता सी। एडी वड्डी ताकत सी। ते अज की जे उस जिन्नी ताकत अज हुंदी ते टैलीविजनां दे उत्ते चढ़ के बह के माइकां दे सामने खड़ो के श्री अकाल तखत साहब नूं, श्री हरमंदर साहब नूं, साडियां धार्मिक शख्सियतां नूं भंडण दी गुस्ताखी करदे लोग। असीं कमेटियां बना बना पड़तालां करदे नहीं। असीं कमेटियां बना बना पड़तालां नहीं सी करनियां। उन्हां नूं गड्डियां दे मगर बन के घड़ीस के अकाल तखत साहब ते लियाउणा सी। जे उस वक्त साडी ताकत हुंदी उस वेले करके है नहीं। अज ताकत साडे कोल ते ताकत किहने बनना है? नौजवानों ने ताकत बनना है। तुसीं सारिਆਂ ने ताकत बनना है। मैं सरदार हरिंदर सिंह खालसा जी की इस गल दे नाल बिल्कुल सहमत हाँ कि नौजवान इकट्ठे हो। फैडरेशन यतन किया सी, गरेवाल साहब ने हामी भरी सी। असी सोचा भी चलो कोई गल नहीं, आपां सारी जिन्ने धड़े ने फैडरेशन दे सारिਆਂ ने मान रखिया। श्री अकाल तखत साहब का मान रखिया मेरा। सारे धड़िया ने कहा कि तुसीं साडे समागम दे विच आओ। तो मैं उन्होंने कहा सी कि चंगा होवे कि आपां इकट्ठी तक श्री दमदमा साहब समागम कर लीए, इकट्ठी फैडरेशन की गल कर लांगे, इकट्ठे प्रशादा छक लांगे, इकट्ठे बह जाएंगे, इकट्ठे गलबात कर लांगे। हो सकता भविख दे विच असीं इकट्ठे हो जाइए।
ਹਾਲਾਂਕਿ ਸੰਭਾਵਨਾ ਮੁਸ਼ਕਲ ਲੱਗਦੀ ਹੈ, ਕਿਉਂਕਿ ਸਟੇਟਾਂ ਵੀ ਨਹੀਂ ਚਾਹੁੰਦੀਆਂ ਕਿ ਸਿੱਖ ਧੜੇ ਇਕੱਠੇ ਹੋਣ, ਸਿੱਖ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਣ, ਨਹੀਂ ਚਾਹੁੰਦੀਆਂ। ਤਾਂ ਕਹਿੰਦੀਆਂ ਨੇ ਕਿ ਵੱਖਰੇ ਵੱਖਰੇ ਰਹਿਣ, ਅਕਾਲੀ ਦਲ ਵੱਖਰੇ ਵੱਖਰੇ ਗਰੁੱਪਾਂ 'ਚ ਵੰਡਿਆ ਰਵੇ, ਫੈਡਰੇਸ਼ਨਾਂ ਵੱਖਰੇ ਵੱਖਰੇ ਗਰੁੱਪਾਂ 'ਚ ਵੰਡੀਆਂ ਰਹਿਣ, ਧੜੇਬੰਦੀਆਂ ਵੱਖਰੇ। ਛੋਟੀ ਜਿਹੀ ਜਥੇਬੰਦੀ ਬਣਦੀ ਹੈ ਨਾ ਸਿੱਖਾਂ ਦੀ, ਕੋਈ ਬਣ ਜੇ, ਜੇ ਉਹ 15-10 ਸਾਲ ਉਹ ਕਾਰਜਸ਼ੀਲ ਰਹਿੰਦੀ ਹੈ, ਤੁਸੀਂ ਪੜ੍ਹ ਦੇਖ ਲਿਓ ਆਪ ਝਾਤੀ ਮਾਰ ਕੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, 10 ਸਾਲ ਉਹ ਕਾਰਜਸ਼ੀਲ ਰਹੇ ਤੇ ਅਵਲ ਵਿੱਚ ਤਾਂ 5 ਸਾਲਾਂ ਬਾਅਦ ਉਹ 2 ਧੜਿਆਂ 'ਚ ਵੰਡੀ ਜਾਂਦੀ, 10 ਸਾਲਾਂ 'ਚ ਤਾਂ ਪੱਕੀ ਵੰਡੀ ਗਈ ਹੈ। ਜਿੰਨੀਆਂ ਵੀ ਨੇ, ਜਿੰਨੀਆਂ ਵੀ ਇੱਕਾ ਦੁੱਕਾ ਪ੍ਰਾਈਵੇਟ ਜਥੇਬੰਦੀਆਂ ਜਿਹੜੀਆਂ ਬਣੀਆਂ ਨੇ ਨਾ, ਇਹ ਸਮਾਂ ਪਾ ਕੇ ਵੀ 2-2 ਧੜਿਆਂ 'ਚ ਵੰਡੀਆਂ ਗਈਆਂ, ਵੰਡੀਆਂ ਨਹੀਂ ਗਈਆਂ, ਵੰਡ ਦਿੱਤਾ ਗਿਆ। ਉਹ ਵੀ ਦੇਖ ਲੈਂਦੀਆਂ ਨੇ ਵੀ ਆਹ ਬੰਦੇ ਦੀ ਆਹ ਕਮਜ਼ੋਰੀ ਹੈ, ਇੱਥੇ ਇਹ ਟੁੱਟ ਸਕਦਾ, ਉਹਨੂੰ ਉੱਥੇ ਤੋੜ ਦਿੰਦੀਆਂ ਨੇ, ਬੰਦਾ ਵੱਖਰਾ ਹੋ ਜਾਂਦਾ, ਬੰਦਾ ਵੱਖਰਾ ਹੋ ਜਾਂਦਾ। ਮਜਬੂਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਹੈ ਉਹ ਬਣਾ ਦਿੱਤੀਆਂ ਜਾਂਦੀਆਂ ਕਿ ਬੰਦਾ ਵੱਖਰਾ ਹੋਣ ਲਈ ਮਜਬੂਰ ਹੋ ਜਾਂਦਾ। ਹੋਰ ਕਿਸੇ ਸਟੇਟ 'ਚ ਨਹੀਂ ਤੁਹਾਨੂੰ ਮਿਲਣਾ, ਕਿਸੇ ਸਟੇਟ 'ਚ। ਮਰਾਠਿਆਂ 'ਚ ਵੀ ਸ਼ਿਵ ਸੈਨਾ ਜਿਹੜੀ ਹੈ 2 ਫਾੜ ਹੋਈ, ਪਰ 4 ਫਾੜ ਨਹੀਂ ਹੋਈ। 2 ਫਾੜ ਤਾਂ ਹੋ ਗਈ ਪਰ 4 ਫਾੜ ਨਹੀਂ ਹੋਈ। ਅਸੀਂ 4 ਫਾੜ ਛੱਡ ਅਸੀਂ 8-8 ਫਾੜ ਵੀ ਹੋਏ ਆ, ਅਸੀਂ 12-12 ਫਾੜ ਵੀ ਹੋਏ ਆ। ਇਹ ਸਾਡੀ ਵਿਡੰਬਨਾ ਹੈ। ਸੋ ਅੱਜ ਆਪਾਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸਥਾਪਨਾ ਵਰ੍ਹਾ ਮਨਾ ਰਹੇ ਹਾਂ, ਔਰ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਭਾਵਨਾਤਮਕ ਤੌਰ 'ਤੇ ਜੁੜੇ ਨੇ, ਗਰੇਵਾਲ ਸਾਹਿਬ, ਗੁਰਬਖਸ਼ ਸਿੰਘ ਜੀ ਜੋ ਜੂਨੀਅਰ ਮੀਤ ਪ੍ਰਧਾਨ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ, ਹੋਰ ਬਹੁਤ ਸਾਰੇ ਜਿਨ੍ਹਾਂ ਦਾ ਮੈਂ ਨਾਂ ਨਾ ਜਾਣਦਾ ਹੋਊਗਾ, ਲੇਕਿਨ ਮੈਨੂੰ ਪਤਾ ਹੈ ਕਿ ਤੁਹਾਡੇ ਅੰਦਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਤੀ ਦਰਦ ਹੈ, ਇੱਕ ਪੀੜ ਹੈ। ਉੱਠੋ, ਨੌਜਵਾਨ ਇਕੱਠੇ ਕਰੋ, ਛੋਟੇ ਛੋਟੇ ਨੁੱਕੜ ਜਿਹੜੇ ਹੈ ਮੀਟਿੰਗਾਂ ਨਹੀਂ ਹਨ, ਨੁੱਕੜ ਮੀਟਿੰਗਾਂ, ਛੋਟੇ ਛੋਟੇ ਗਰੁੱਪ ਮੀਟਿੰਗਾਂ ਕਰੋ, ਛੋਟੀਆਂ ਛੋਟੀਆਂ ਗਰੁੱਪ ਮੀਟਿੰਗਾਂ ਜਿਹਦੇ ਵਿੱਚ 3-3 4-4 5-5 ਤੋਂ ਵੱਧ ਜਿਹੜੇ ਆ ਉਹ ਨਾ ਹੋਣ। ਉੱਥੇ ਸਿੱਖ ਮਸਲਿਆਂ ਨੂੰ ਡਿਸਕਸ ਕਰੋ। ਜਿਹਦੀ ਨਹੀਂ ਸਮਝ ਲੱਗਦੀ, ਸਰਦਾਰ ਹਰਿੰਦਰ ਸਿੰਘ ਖਾਲਸਾ ਵਰਗੇ ਵਿਦਵਾਨ ਬੈਠੇ ਨੇ, ਇਹਨਾਂ ਕੋਲ ਆਓ, ਸਾਡੇ ਕੋਲ ਆਓ, ਹੋਰ ਬਹੁਤ ਸਾਰੇ ਵਿਦਵਾਨ ਬੈਠੇ ਨੇ, ਉਹਨਾਂ ਕੋਲ ਜਾ ਕੇ ਡਿਸਕਸ ਕਰੋ ਕਿ ਆਹ ਮਸਲੇ ਦੀ ਸਾਨੂੰ ਸਮਝ ਨਹੀਂ ਹੈ, ਆਹ ਮਸਲਾ ਕਿਵੇਂ ਹੈ, ਅਸੀਂ ਦੱਸਾਂਗੇ। ਅੱਜ ਭਰਮ ਫੈਲਾਇਆ ਜਾ ਰਿਹਾ ਹੈ, ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਬਣਾ ਦਿੱਤਾ ਸੀ ਨਾ, ਵੀ ਇੱਕ ਦੂਸਰੇ ਤੇ ਭਰੋਸਾ ਹੀ ਨਹੀਂ ਕਰਨਾ, ਔਰ ਇੱਕ ਦੂਸਰੇ ਤੇ ਭਰੋਸਾ ਹੀ ਨਹੀਂ ਕੀਤਾ, ਬੇਵਿਸ਼ਵਾਸੀ ਪੈਦਾ ਕਰਤੀ, ਇੱਕ ਦੂਸਰੇ ਨੂੰ ਕਤਲ ਕਰ ਦਿੱਤਾ। ਅੱਜ ਉਸ ਕਿਸਮ ਦੀ ਬੇਵਿਸ਼ਵਾਸੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਗਈ ਹੈ, ਬੇਭਰੋਸਗੀ ਜਿਹੜੀ ਹੈ ਉਹ ਪੈਦਾ ਕਰ ਦਿੱਤੀ ਗਈ ਹੈ। ਭਰਮ ਫੈਲਾਇਆ ਜਾ ਰਿਹਾ। ਭਰਮ ਕੀ ਹੁੰਦਾ ਹੈ? ਭਗਤ ਰਵਿਦਾਸ ਜੀ ਦੀ ਆਪਾਂ ਪੰਕਤੀ ਪੜ੍ਹਦੇ ਹਾਂ ਨਾ, ਮਾਧਵੇ ਕਿਆ ਕਹੀ ਹੈ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਮਸਲਾ ਹੁੰਦਾ ਕੁਝ ਹੋਰ ਹੈ, ਲੇਕਿਨ ਬਣਾ ਕੇ ਕੁਝ ਹੋਰ ਪੇਸ਼ ਕੀਤਾ ਜਾਂਦਾ, ਇਹ ਭਰਮ ਹੈ। ਇਹ ਭਰਮ ਫੈਲਾਇਆ ਜਾ ਰਿਹਾ ਤੇ ਸਾਨੂੰ ਦੱਸਦਾ ਵੀ ਸਾਡੇ ਸਿੱਖ ਭਰਮ ਫੈਲਾ ਰਹੇ ਨੇ, ਕਿਉਂਕਿ ਉਹਨਾਂ ਦੇ ਦਸਤਾਰਾਂ ਸਜਾਈਆਂ ਨੇ, ਉਹਨਾਂ ਦੇ ਹੱਥ 'ਚ ਤਲਵਾਰਾਂ ਸ੍ਰੀ ਸਾਹਿਬਾਂ ਫਗੜੀਆਂ ਨੇ। ਸਾਡੇ ਸਿੱਖ ਭਰਮ ਫੈਲਾ ਰਹੇ। ਨਹੀਂ, ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਿਸੇ ਦੀ ਸਾਜ਼ਿਸ਼ ਦਾ ਮੋਹਰਾ ਬਣ ਰਹੇ, ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਕਿਸੇ ਦੀ ਸਾਜ਼ਿਸ਼ ਦਾ ਮੋਹਰਾ ਬਣ ਰਹੇ ਹਾਂ। ਪਤਾ ਹੀ ਨਹੀਂ ਉਹਨਾਂ ਨੂੰ, ਪਤਾ ਹੀ ਨਹੀਂ ਲੱਗਦਾ ਕਿ ਅਸੀਂ ਵਰਤੇ ਜਾ ਰਹੇ ਹਾਂ। ਵਰਤੇ ਜਾ ਰਹੇ ਹੁੰਦੇ ਆ, ਲੇਕਿਨ ਇਲਮ ਹੀ ਨਹੀਂ ਲੱਗਦਾ। ਇਸ ਢੰਗ ਦੇ ਨਾਲ, ਇਸ ਟੈਕਨੀਕ ਦੇ ਨਾਲ ਵਰਤਿਆ ਜਾਂਦਾ ਹੈ ਕਿ ਜਿਹੜਾ ਵਰਤਿਆ ਜਾ ਰਿਹਾ ਬੰਦਾ, ਉਹਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਵਰਤਿਆ ਜਾ ਰਿਹਾ। ਸਾਵਧਾਨ ਹੋਵੋ, ਸੁਚੇਤ ਹੋਵੋ। ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਹੀ।